ਅੱਜ ਜ਼ਿਲ੍ਹਾ ਕਪੂਰਥਲਾ 'ਚ ਟੋਟਲ 413 ਐਕਟਿਵ ਕੇਸ ਕੋਵਿਡ ਦੇ ਚੱਲ ਰਹੇ ਹਨ। ਸਾਡੇ ਜ਼ਿਲ੍ਹੇ 'ਚ ਇਸ ਟਾਈਮ ਟੋਟਲ 38 ਡੈਥਸ ਹੋ ਚੁੱਕੀਆਂ ਹੈ ਕੋਵਿਡ ਤੋਂ। ਇਸ ਟਾਈਮ ਤੇ ਪੀਕ ਚੱਲ ਰਿਹਾ ਹੈ, ਪੂਰੇ ਪੰਜਾਬ 'ਚ ਇਸ ਟਾਈਮ ਤੇ ਪੀਕ ਚੱਲ ਰਿਹਾ ਹੈ। ਜਿਹੜੇ ਡਾਕਟਰਸ ਦੇ ਅਨੁਮਾਨ ਹੈ ਸਤੰਬਰ ਤੱਕ ਆਪਣਾ ਪੀਕ ਜਾਏਗਾ। ਉਸ ਤੋਂ ਬਾਅਦ ਜੇ ਅਸੀਂ ਸਾਰੇ ਕੁਝ ਰਿਸਟ੍ਰੇਂਟ ਦਿਖਾਵਾਂਗੇ ਤਾਂ ਪੀਕ ਨੀਚੇ ਆਣਾ ਸ਼ੁਰੂ ਹੋ ਜਾਏਗਾ। ਸਾਡੇ ਜ਼ਿਲ੍ਹੇ 'ਚ ਜਿਹੜੀ ਡੈਥਸ ਹੋ ਰਹੀ ਹੈ ਦੈਟ ਇਜ਼ ਅ ਪੁਆਇੰਟ ਆਫ ਕੰਸਰਨ, ਲੇਕਿਨ ਇਹ ਡੈਥਸ ਨੂੰ ਅਸੀਂ ਥੋੜਾ ਕੰਟਰੋਲ ਵੀ ਕਰ ਸਕਦੇ ਹਾਂ ਆਪਣੇ ਲੈਵਲ ਤੇ ਜੇ ਅਸੀਂ ਟਾਈਮਲੀ ਚੈੱਕ ਆਪਣਾ ਕਰਵਾ ਲਈਏ, ਆਪਣੀ ਟੈਸਟ ਕਰਵਾ ਲਈਏ। ਜੇ ਸਾਨੂੰ ਫੀਵਰ ਫੀਲ ਹੁੰਦਾ ਹੈ, ਕਿਉਂਕਿ ਅੱਜ ਦੇ ਟਾਈਮ 'ਚ ਕਦੇ ਵੀ ਫੀਵਰ ਫੀਲ ਹੋ ਰਿਹਾ ਹੈ, ਬੋਡੀ ਏਕ ਹੋ ਰਿਹਾ ਹੈ, ਤਾਂ ਯੂਜ਼ਲੀ ਦੇਖਣ 'ਚ ਆ ਰਿਹਾ ਹੈ ਕਿ ਬੰਦੇ ਪੋਜ਼ਿਟਿਵ ਨਿਕਲ ਰਹੇ ਹਨ। ਕਾਈਂਡਲੀ ਉਸ ਫੀਵਰ ਨੂੰ, ਉਸ ਬੋਡੀ ਏਕ ਨੂੰ ਲਾਈਟਲੀ ਨਾ ਲਓ, ਜ਼ੁਕਾਮ ਨੂੰ ਲਾਈਟਲੀ ਨਾ ਲਓ। ਇੱਕ ਟੈਸਟ ਕਰਾਉਣ ਨਾਲ ਕਿਸੇ ਦਾ ਕੁਝ ਨਹੀਂ ਜਾਏਗਾ। ਜੇ ਪੋਜ਼ਿਟਿਵ ਤੁਸੀਂ ਆ ਵੀ ਜਾਂਦੇ ਹੋ ਦੈਨ ਉਹਦੇ ਵਿੱਚ ਘਬਰਾਉਣ ਦੀ ਲੋੜ ਨਹੀਂ ਹੈ। ਟਾਈਮਲੀ ਤੁਹਾਡੇ ਬਾਰੇ ਪਤਾ ਲੱਗ ਜਾਏਗਾ ਤਾਂ ਉਸ ਹਿਸਾਬ ਨਾਲ ਤੁਸੀਂ ਆਪਣੇ ਆਪ ਨੂੰ ਆਈਸੋਲੇਟ ਕਰ ਸਕਦੇ ਹੋ, ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖ ਸਕਦੇ ਹੋ। ਉਸ ਹਿਸਾਬ ਨਾਲ ਇਲਾਜ ਚੱਲ ਸਕਦਾ ਹੈ। ਇਲਾਜ 'ਚ ਮੋਸਟਲੀ ਹੋਮ ਰੈਮੀਡੀਜ਼ ਹੈ ਤੇ ਨਾਰਮਲ ਮੈਡੀਸਿਨਸ ਹੈ, ਲੇਕਿਨ ਐਟਲੀਸਟ ਪ੍ਰੋਪਰ ਟੇਕ ਕੇਅਰ ਹੋ ਸਕਦੀ ਹੈ। ਟਾਈਮਲੀ ਟੇਕ ਕੇਅਰ ਦੇ ਨਾਲ ਜਿਹੜੇ ਘਰ 'ਚ ਬਜ਼ੁਰਗ ਬੈਠੇ ਹੈ ਉਹਨਾਂ ਨੂੰ ਅਸੀਂ ਕਾਫੀ ਜ਼ਿਆਦਾ ਸੇਵ ਕਰ ਸਕਦੇ ਹਾਂ। ਇਸ ਲਈ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਤੁਸੀਂ ਟੈਸਟਿੰਗ ਕਰਵਾਓ। ਸਾਡੇ ਜ਼ਿਲ੍ਹੇ 'ਚ ਇਸ ਟਾਈਮ ਅਸੀਂ 30 ਟੈਸਟਿੰਗ ਸੈਂਟਰਸ ਬਣਾ ਚੁੱਕੇ ਹਾਂ। 12 ਤੇ ਸਾਡੇ ਜਿਹੜੇ ਹੈ ਉਹ CHC ਡਿਸਟ੍ਰਿਕਟ ਹਸਪੀਟਲ ਲੈਵਲ ਤੇ ਹੈ। ਉਸ ਤੋਂ ਇਲਾਵਾ ਜਿੰਨੇ ਵੀ ਰੂਰਲ ਡਿਸਪੈਂਸਰੀਜ਼ ਹੈ ਅਸੀਂ ਉੱਥੇ ਵੀ ਟੈਸਟਿੰਗ ਸ਼ੁਰੂ ਕਰਾਤੀ ਹੈ। ਕਰੀਬਨ 18 ਰੂਰਲ ਡਿਸਪੈਂਸਰੀਜ਼ ਦੇ ਉੱਤੇ ਇਸ ਟਾਈਮ ਟੈਸਟਿੰਗ ਚੱਲ ਰਹੀ ਹੈ। ਪੂਰੇ ਜ਼ਿਲ੍ਹੇ 'ਚ ਇਸ ਟਾਈਮ ਅਸੀਂ 800 ਤੋਂ ਲੈ ਕੇ 1000 ਤੱਕ ਦੀ ਟੈਸਟਿੰਗ ਹਰ ਰੋਜ਼ ਦੀ ਕਰ ਰਹੇ ਹਾਂ। ਤੇ ਲੇਕਿਨ ਮੈਂ ਤੁਹਾਡਾ ਹੀ ਯੋਗਦਾਨ ਇਹਦੇ 'ਚ ਚਾਹੂੰਗੀ ਕਿ ਡਰੋ ਨਾ ਇਸੇ ਨੂੰ ਲੈ ਕੇ। ਅਸੀਂ ਟੈਸਟਿੰਗ ਕਰਾਵਾਂਗੇ ਤਾਂ ਹੀ ਸਾਨੂੰ ਪਤਾ ਲੱਗੇਗਾ ਕਿ ਸਾਡੇ 'ਚ ਕੋਈ ਪ੍ਰੋਬਲਮ ਤਾਂ ਨਹੀਂ ਆਈ। ਟਾਈਮਲੀ ਪ੍ਰੋਬਲਮ ਦੇ ਬਾਰੇ ਪਤਾ ਲੱਗੇਗਾ ਤੇ ਕਿਸੇ ਤਰ੍ਹਾਂ ਦਾ ਕੋਈ ਸੀਰੀਅਸ ਮੈਟਰ ਹੋਣ ਦੇ ਚਾਂਸਸ ਬਹੁਤ ਹੀ ਜ਼ਿਆਦਾ ਘਟ ਜਾਂਦੇ ਹਨ। ਕਾਈਂਡਲੀ ਇਸ ਚੀਜ਼ ਨੂੰ ਤੁਸੀਂ ਧਿਆਨ ਰੱਖਿਓ। ਜਿਹੜੀ ਵੀਕਐਂਡ ਰਿਸਟ੍ਰਿਕਸ਼ਨਸ ਲਗਾਈਆਂ ਗਈਆਂ ਹੈ ਜਾਂ ਨਾਈਟ ਕਰਫਿਊ ਦੀ ਰਿਸਟ੍ਰਿਕਸ਼ਨਸ ਲਗਾਈਆਂ ਗਈਆਂ ਹੈ ਉਹ ਸਾਰੇ ਐਸੇ ਸਿਚੁਏਸ਼ਨ ਨੂੰ ਵੇਖਦੇ ਹੋਏ ਲਗਾਈ ਗਈ ਹੈ, ਕਿਉਂਕਿ ਇਸ ਟਾਈਮ ਪੀਕ ਚੱਲ ਰਿਹਾ ਹੈ। ਹਰ ਰੋਜ਼ ਦੇ ਜ਼ਿਲ੍ਹੇ 'ਚ ਕਰੀਬਨ 60 ਤੋਂ ਲੈ ਕੇ 70 ਕੇਸਿਸ ਹਰ ਰੋਜ਼ ਦੇ ਆ ਰਹੇ ਹਨ ਤੇ ਸਾਨੂੰ ਸਾਰਿਆਂ ਨੂੰ ਕਾਫੀ ਜ਼ਿਆਦਾ ਇhtiyat ਵਰਤਣਾ ਪਏਗਾ। ਅੱਜਕੱਲ ਗਰਮੀਆਂ ਦੇ ਟਾਈਮ 'ਚ ਨਾਲ ਜਿੱਥੇ ਹਿਊਮਿਡ ਵੈਦਰ ਹੈ ਆਪਾਂ ਦੇਖਦੇ ਹਾਂ ਕਿ ਗੱਡੀਆਂ 'ਚ AC ਚੱਲ ਰਹੇ ਹੁੰਦੇ ਹਨ, ਲੇਕਿਨ ਗੱਡੀਆਂ ਦੇ ਸ਼ੀਸ਼ੇ ਬਿਲਕੁਲ ਉੱਪਰ ਤੱਕ ਰੋਲ ਆਨ ਹੁੰਦੇ ਹਨ। ਲੇਕਿਨ ਤੁਹਾਨੂੰ ਪਤਾ ਹੈ ਕਿ ਇਹ ਸਰਕੂਲੇਸ਼ਨ ਨਾਲ, 에ਅਰ ਸਰਕੂਲੇਸ਼ਨ ਨਾਲ ਵੀ ਇਹ ਵਾਇਰਸ ਫੈਲਦਾ ਹੈ। ਕਾਈਂਡਲੀ ਗੱਡੀ 'ਚ ਜਦ ਬੈਠੇ ਹੋ, ਤੁਹਾਡੇ ਨਾਲ ਹੋਰ ਬੰਦੇ ਵੀ ਬੈਠੇ ਹੈ, ਵਿੰਡੋਜ਼ ਨੂੰ ਥੋੜਾ ਖੁੱਲਾ ਰੱਖੋ ਸੋ ਦੈਟ ਪ੍ਰੋਪਰ ਸਰਕੂਲੇਸ਼ਨ ਹੋ ਸਕੇ। ਈਵਨ ਜਿਸ ਕਮਰੇ 'ਚ ਵੀ ਤੁਸੀਂ ਬੈਠੇ ਹੋ ਉਹਦੇ 'ਚ ਵੀ ਪ੍ਰੋਪਰ ਵੈਂਟੀਲੇਸ਼ਨ ਦੀ ਲੋੜ ਹੈ। ਜੇ AC ਚੱਲ ਵੀ ਰਿਹਾ ਹੈ ਤਾਂ ਵੀ ਦਰਵਾਜ਼ਾ ਖੁੱਲਾ ਰੱਖੋ, ਖਿੜਕੀ ਖੁੱਲੀ ਰੱਖੋ ਸੋ ਦੈਟ ਪ੍ਰੋਪਰ ਸਰਕੂਲੇਸ਼ਨ ਹੋ ਸਕੇ। ਮੈਂ ਪਿਛਲੀ ਵਾਰੀ ਵੀ ਕਿਹਾ ਸੀਗਾ, ਮੈਂ ਇਸ ਵਾਰੀ ਦੁਬਾਰਾ ਕਹਿ ਰਹੀ ਹਾਂ, ਜਦ ਤੁਸੀਂ ਕਿਸੇ ਨੂੰ ਮਿਲ ਰਹੇ ਹੋ, ਕੋਈ ਤੁਹਾਡੇ ਘਰ ਜੇ ਆਇਆ ਹੈ, ਇਨਸ਼ੋਰ ਕਰੋ ਕਿ ਮਾਸਕ ਪੱਕਾ ਪਾਇਆ ਹੋਏ, ਸੋਸ਼ਲ ਡਿਸਟੈਂਸ ਤੇ ਬੈਠੇ ਹੋ, AC ਚੱਲ ਰਿਹਾ ਹੈ ਤੇ ਵੈਂਟੀਲੇਸ਼ਨ ਰੱਖੋ। ਜ਼ਰੂਰਤ ਹੋ ਤਾਂ ਹੀ ਬਾਹਰ ਜਾਓ, ਤਾਂ ਹੀ ਸਾਰਿਆਂ ਨੂੰ ਮਿਲੋ। ਅਦਰਵਾਈਜ਼ ਇਸ ਟਾਈਮ ਨੂੰ ਕਾਈਂਡਲੀ ਤੁਸੀਂ ਆਪਣੇ ਲੈਵਲ ਤੇ ਰਿਸਟ੍ਰੇਂਟ ਦਿਖਾਓਗੇ ਤਾਂ ਅਸੀਂ ਇਸ ਪ੍ਰੋਬਲਮ ਤੋਂ ਜਲਦੀ ਨਿਕਲਾਂਗੇ। ਇੱਕ ਜਿਹੜੀ ਸਰਕਾਰ ਦੀ ਪਾਲਿਸੀ 'ਚ ਚੇਂਜ ਆਇਆ ਹੈ ਮੈਂ ਉਸ ਬਾਰੇ ਵੀ ਤੁਹਾਨੂੰ ਦੱਸਣਾ ਚਾਹੂੰਗੀ। ਜਿਵੇਂ ਪਹਿਲੇ ਹੋਮ ਆਈਸੋਲੇਸ਼ਨ ਕੇਸਿਸ, ਜਿਹੜੇ ਕੋਵਿਡ ਪੋਜ਼ਿਟਿਵ ਕੇਸਿਸ ਆਉਂਦੇ ਸੀਗੇ, ਉਹਦੇ 'ਚ ਹੋਮ ਆਈਸੋਲੇਸ਼ਨ ਹੋ ਸਕਦੀ ਹੈ, ਘਰ ਬੈਠ ਕੇ ਤੁਸੀਂ ਆਪਣਾ ਇਲਾਜ ਕਰ ਸਕਦੇ ਹੋ। ਲੇਕਿਨ ਉਹਦੇ 'ਚ ਪਹਿਲੇ ਰਿਕੁਆਇਰਮੈਂਟ ਸੀਗੀ ਕਿ SDM ਕੰਸਰਨ ਤੋਂ ਸਿਗਨੇਚਰ ਇੱਕ ਫਾਰਮ ਤੇ ਚਾਹੀਦਾ ਹੁੰਦਾ ਸੀਗਾ। ਹੁਣ ਉਹ ਰਿਕੁਆਇਰਮੈਂਟ ਖਤਮ ਹੋ ਗਈ ਹੈ। ਹੁਣ ਤੁਹਾਡਾ ਸੈਲਫ ਅਸੈਸਮੈਂਟ ਫਾਰਮ ਚਾਹੀਦਾ ਹੈ, ਤੁਹਾਡੀ ਅੰਡਰਟੇਕਿੰਗ ਚਾਹੀਦੀ ਹੈ ਤੇ ਹੈਲਥ ਡਿਪਾਰਟਮੈਂਟ ਦਾ ਫਾਰਮ ਚਾਹੀਦਾ ਹੈ। ਉਸ ਬੇਸਿਸ ਤੇ ਹੋਮ ਆਈਸੋਲੇਸ਼ਨ ਹੋ ਸਕਦੀ ਹੈ। ਇਸ ਚੀਜ਼ ਨੂੰ ਨੋਟ ਕੀਤਾ ਜਾਏ। ਦੂਜੇ ਕੁਝ NRIs ਜਿਹੜੇ ਹੈ ਉਹ ਡਾਇਰੈਕਟਲੀ ਆਪਣੇ ਘਰ 'ਚ ਚਲੇ ਜਾਂਦੇ हैं। ਸਰਕਾਰ ਦੀ ਗਾਈਡਲਾइन ਬਿਲਕੁਲ ਕਲੀਅਰ ਹੈ। ਜਿਹੜੇ NRIs ਆਪਣਾ RT-PCR ਕਰਵਾ ਕੇ ਆ ਰਹੇ हैं 96 ਆਵਰਸ ਪਹਿਲੇ, ਉਹ ਆਪਣੀ ਸੈਲਫ ਅੰਡਰਟੇਕਿੰਗ ਇੱਕ ਦੇਣਗੇ, ਆਪਣੇ RT-PCR ਦੀ ਰਿਪੋਰਟ ਦੇਣ। ਉਸ ਬੇਸਿਸ ਤੇ ਉਹਨਾਂ ਨੂੰ ਹੋਮ ਕੁਆਰੰਟਾਈਨ ਕੀਤਾ ਜਾਏਗਾ। ਜੇਕਰ ਤੁਸੀਂ ਨਹੀਂ ਕਰਾਇਆ ਹੋਇਆ ਤਾਂ ਤੁਹਾਨੂੰ ਇੰਸਟੀਟਿਊਸ਼ਨਲ ਫੈਸਿਲਿਟੀ 'ਚ ਰਹਿਣਾ ਪਏਗਾ ਜਦ ਤੱਕ ਤੁਹਾਡਾ ਟੈਸਟ ਨਹੀਂ ਹੁੰਦਾ। ਕਾਈਂਡਲੀ ਉਹਦੇ ਵਿੱਚ ਕੋਆਪਰੇਟ ਕਰੋ। ਹੋਮ ਆਈਸੋਲੇਸ਼ਨ ਤੇ ਹੋਮ ਕੁਆਰੰਟਾਈਨ ਕੇਸਿਸ 'ਚ ਸਾਡੇ ਸੈਕਟਰ ਆਫਿਸਰਸ ਜਿਨ੍ਹਾਂ ਦਾ ਨੰਬਰ ਅਸੀਂ ਹੋਰ ਵਧਾਇਆ ਹੈ,
ਉਹ ਹੁਣ ਨਾਲ ਚੈੱਕ ਕਰਨਗੇ ਕਿ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆ ਰਹੀ ਤੇ ਨਾਲੇ ਕਿਸੇ ਤਰ੍ਹਾਂ ਦੀ ਕੋਈ ਬ੍ਰੀਚ ਵੀ ਨਹੀਂ ਹੋ ਰਹੀ ਹੋਮ ਆਈਸੋਲੇਸ਼ਨ ਤੇ ਹੋਮ ਕੁਆਰੰਟਾਈਨ ਕੇਸਿਸ 'ਚ। ਲੇਕਿਨ ਤੁਹਾਨੂੰ ਸਾਰਿਆਂ ਨੂੰ ਖੁਦ ਹੀ ਆ ਥੋੜਾ ਜਿਹਾ ਧਿਆਨ ਰੱਖਣਾ ਚਾਹੀਦਾ ਹੈ ਕਿ ਤੁਹਾਡੇ ਘਰ ਦੇ ਆਸ-ਪਾਸ ਵਾਲੇ ਘਰ 'ਚ ਜੇ ਕੋਈ ਹੋਮ ਆਈਸੋਲੇਟਡ ਅਸੀਂ ਕੀਤਾ ਹੋਇਆ ਪੇਸ਼ੈਂਟ ਜਾਂ ਉਹਨਾਂ ਨੂੰ ਕੁਆਰੰਟਾਈਨ ਕੀਤਾ ਹੋਇਆ ਹੈ ਤਾਂ ਪਹਿਲੀ ਗੱਲ ਤਾਂ ਖੁਦ ਹੀ ਬਾਹਰ ਨਾ ਨਿਕਲਣ। ਦੂਜਾ, ਐਜ਼ ਅ ਵਿਜੀਲੈਂਟ ਨੇਬਰ ਤੁਸੀਂ ਲੋਕ ਵੀ ਧਿਆਨ ਰੱਖੋ ਕਿ ਉਹ ਲੋਕ ਬਾਹਰ ਨਾ ਜਾਣ, ਕਿਉਂਕਿ ਜਿਹੜਾ 14 ਦਿਨ ਦਾ ਟਾਈਮ ਪੀਰੀਅਡ ਅਸੀਂ ਬਣਾਇਆ ਹੈ ਦੈਟ ਇਜ਼ ਰਿਕੁਆਇਰਡ ਔਨ ਦਾ ਹੈਲਥ ਐਡਵਾਈਜ਼ਰੀ। ਤੇ ਚਾਹੇ ਤੁਹਾਡੇ 'ਚ ਸਿੰਪਟਮਸ ਹੈ ਚਾਹੇ ਸਿੰਪਟਮਸ ਨਹੀਂ ਹੈ, ਲੇਕਿਨ ਯੂ ਕੈਨ ਬੀ ਕੈਰੀਅਰ ਟੂ ਦਾ ਇਨਫੈਕਸ਼ਨ। ਉਹ ਇਨਫੈਕਸ਼ਨ ਦੂਜਿਆਂ 'ਚ ਸਪਰੈਡ ਨਾ ਹੋਏ, ਦੈਟ ਇਜ਼ ਵੈਰੀ ਮਚ ਇੰਪੋਰਟੈਂਟ। ਇਹਦੇ ਨਾਲ ਮੈਂ ਤੁਹਾਨੂੰ ਦੱਸਣਾ ਚਾਹੂੰਗੀ ਕਿ ਕਿਉਂਕਿ ਕੋਰੋਨਾ ਦਾ ਹਜੇ ਤੱਕ ਤਾਂ ਕੋਈ ਵੈਕਸੀਨ ਨਹੀਂ ਆਇਆ ਹੈ, ਇਸ ਲਈ ਯੂਜ਼ਲੀ ਅਸੀਂ ਸਾਰੇ ਘਰ ਬੈਠੇ ਹੀ ਆਪਣੀ ਹੋਮ ਰੈਮੇਡੀਜ਼ ਕਰ ਰਹੇ ਹਾਂ। ਉਹ ਹੋਮ ਰੈਮੇਡੀਜ਼ ਡਾਕਟਰਸ ਵੀ ਕਹਿੰਦੇ हैं कि स्टीम लिती जाए, गरारे किते जान, काढ़ा पियो। ਉਹ ਤੁਸੀਂ ਆਪਣੇ ਲੈਵਲ ਤੇ ਰਿਕੁਆਇਰਡ ਅਮਾਉਂਟ ਚ ਕਾੜਾ ਲਓ, ਨਾਲ ਸਟੀਮ ਲਓ, ਗਰਾਰੇ ਕਰੋ, ਸੋ ਦੈਟ ਜਿਹੜਾ ਇਹ ਮੌਸਮ ਹੈ ਅਦਰਵਾਈਜ਼ ਵੀ ਬਦਲਦਾ ਹੁਆ ਮੌਸਮ ਹੈ ਉਹਦੇ 'ਚ ਅਸੀਂ ਆਪਣੀ ਸਿਹਤ ਦਾ ਬੈਟਰ ਖਿਆਲ ਰੱਖ ਸਕੀਏ। ਬਟ ਮੇਰੀ ਇਹ ਤੁਹਾਡੇ ਸਾਰਿਆਂ ਤੋਂ ਅਪੀਲ ਹੈ ਕਿ ਕਾਈਂਡਲੀ ਰਿਸਟ੍ਰੇਨ ਦਿਖਾਓ। ਕੇਸਿਸ ਡਿਸਟ੍ਰਿਕਟ 'ਚ ਵੱਧ ਰਹੇ हैं, ਅਸੀਂ ਐਕਸਪੈਕਟ ਕਰ ਰਹੇ ਹਾਂ ਕਿ ਸਤੰਬਰ 'ਚ ਕੇਸਿਸ ਹੋਰ ਵੀ ਜ਼ਿਆਦਾ ਜਾਣਗੇ। ਇਹ ਪੀਕ ਤਾਂ ਹੀ ਘਟੇਗੀ ਜੇ ਅਸੀਂ ਸਾਰੇ ਰਿਸਟ੍ਰੇਂਟ ਦਿਖਾਵਾਂਗੇ। ਜੇ ਰਿਸਟ੍ਰੇਂਟ ਨਹੀਂ ਦਿਖਾਵਾਂਗੇ ਤਾਂ ਪੀਕ ਵੱਧਦੀ ਜਾਏਗੀ, ਉਹ ਖੁਦ ਘਟ ਨਹੀਂ ਹੋਣੀ ਹੈ। ਤਾਂ ਕਾਈਂਡਲੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨਾਲ ਸਹਿਯੋਗ ਦਿਓ। ਅੱਜਕੱਲ ਅਜੇ ਤੱਕ ਤੁਸੀਂ ਕਾਫੀ ਸਹਿਯੋਗ ਦਿੱਤਾ ਹੈ, ਲੇਕਿਨ ਅਸੀਂ ਕहीं ਫਿਰ ਦੁਬਾਰਾ ਕਿਸੇ ਪ੍ਰੋਬਲਮ 'ਚ ਨਾ ਪਈਏ, ਉਹਦੇ ਲਈ ਪਲੀਜ਼ ਵੇਅਰ ਮਾਸਕ, ਵੇਅਰ ਇਟ ਪ੍ਰੋਪਰਲੀ, ਘਰ ਰਹੋ, ਜੇ ਜ਼ਰੂਰਤ ਹੈ ਤਾਂ ਹੀ ਬਾਹਰ ਨਿਕਲੋ, ਬਜ਼ੁਰਗਾਂ ਦਾ ਖਿਆਲ ਰੱਖੋ, ਬੱਚਿਆਂ ਦਾ ਖਿਆਲ ਰੱਖਿਓ। ਥੈਂਕ ਯੂ।